10 ਸਾਲ ਹੋ ਗਏ ਨੇ ਮੈਨੂੰ ਇੱਕ ਆਈਟੀ ਕੰਪਨੀ ਪਿੰਡ ਵਿੱਚ ਸੈਟਅਪ ਕਰਦੇ ਹੋਏ। ਸਭ ਤੋਂ ਪਹਿਲਾਂ ਮੈਂ ਓਮਨੀ ਗੱਡੀ ਲਾਈ, ਫਿਰ ਮੈਂ ਬੱਸ ਲਈ। ਇੱਕ ਲਾਈਨ 'ਚ ਜੇ ਮੈਂ ਦੱਸਾਂ, ਮੈਂ ਖੁਦ ਪਹਿਲਾਂ ਪਿੰਡ 'ਚ ਚਾਹੀਦੀ ਸੀ। ਤੇ ਉੱਥੇ ਮਾਹੌਲ ਕਿਸ ਤਰ੍ਹਾਂ ਦਾ ਸੀਗਾ, ਲੋਕ ਅਵੇਅਰ ਕਿੰਨੇ ਕੁ ਸੀ? ਮੇਰੇ ਪਿੰਡ ਵਿੱਚ ਹੋਰ ਵੀ ਬੜੇ ਬੱਚੇ ਹੋਣਗੇ ਜਿਨ੍ਹਾਂ 'ਚ ਮੇਰੇ ਵਰਗੀ ਤੇ ਮੇਰੇ ਤੋਂ ਬਿਹਤਰ ਕੈਪੇਬਿਲਿਟੀਜ਼ ਹੋਣਗੀ। ਮਾਹੌਲ ਨਹੀਂ ਮਿਲਿਆ, ਓਪਰਚੁਨਿਟੀਜ਼ ਨਹੀਂ ਹੈਗੀਆਂ ਪਿੰਡ ਵਿੱਚ। ਕਿੰਨੇ ਕੁ ਲੋਕਾਂ ਨੂੰ ਹੁਣ ਤੁਸੀਂ ਐਟ ਪ੍ਰੈਜ਼ੈਂਟ ਏਮਪਲੋਇਮੈਂਟ ਦੇ ਰਹੇ ਹੋ? ਮੇਰੇ ਕੋਲ 120 ਦੇ ਕਰੀਬ EMPLOYEES ਨੇ। ਸਾਡਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਅਸੀਂ ਵਾਈਟ ਕਾਲਰ ਜੌਬਸ ਜਨਰੇਟ ਕਰੀਏ ਆਪਣੇ ਪਿੰਡ ਵਿੱਚ। ਤੁਹਾਨੂੰ ਇਹ ਇਨਸਪੀਰੇਸ਼ਨ ਕਿੱਥੋਂ? ਪਾਪਾ ਦੀ ਪਿੰਡ ਵਿੱਚ ਆਟਾ ਚੱਕੀ, ਸੋ 72 ਸਾਲ ਪੁਰਾਣੀ ਸਾਡੀ ਆਟਾ ਚੱਕੀ ਆ। ਤੇ ਮੇਰੇ ਫਾਦਰ ਨੇ ਫਿਜ਼ੀਕਲੀ ਬਹੁਤ ਮਿਹਨਤ ਕੀਤੀ। ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਤੁਸੀਂ ਆਮ ਤੌਰ ਤੇ ਜਦੋਂ ਆਈਟੀ ਦੀ ਗੱਲ ਚੱਲਦੀ ਹੈ ਤਾਂ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਆਈਟੀ ਹਬਸ ਨੇ? ਜਦੋਂ ਦੀ ਗੱਲ ਚੱਲਦੀ ਹੈ ਤਾਂ ਵੱਡੇ-ਵੱਡੇ ਸ਼ਹਿਰਾਂ ਦਾ ਜਿਹੜਾ ਜ਼ਿਕਰ ਹੁੰਦਾ ਹੈ। ਇੰਡੀਆ ਦੇ ਪੱਧਰ ਤੇ ਗੱਲ ਹੋਵੇ ਤਾਂ ਚਾਹੇ ਹੈਦਰਾਬਾਦ ਹੋਵੇ, ਬੈਂਗਲੌਰ ਹੋਵੇ। ਪੰਜਾਬ 'ਚ ਆਪਾਂ ਗੱਲ ਕਰੀਏ ਤਾਂ ਮੋਹਾਲੀ ਦਾ ਨਾਮ ਆਉਂਦਾ ਹੈਗਾ। ਪਿੰਡ ਜਿਹੜੇ ਨੇ ਜਿਹੜੇ ਕਿ ਇਹ ਸਮਝੇ ਜਾਂਦੇ ਨੇ ਕਿ ਪਿੰਡਾਂ ਦੇ ਵਿੱਚ ਅਜੇ ਉਸ ਤਰੀਕੇ ਨਾਲ ਇੰਟਰਨੈਟ ਦੀ ਜਿਹੜੀ ਕਨੈਕਟੀਵਿਟੀ ਆ ਉਹ ਵੀ ਠੀਕ ਤਰੀਕੇ ਦੇ ਨਾਲ ਨਹੀਂ ਪਹੁੰਚ ਪਾਈ। ਪਰ ਇਹ ਸਾਰੀਆਂ ਚੀਜ਼ਾਂ ਤੋਂ ਉਲਟ ਇੱਕ ਨਵਾਂ ਉਦਾਹਰਨ ਸੈੱਟ ਕੀਤਾ ਹੈਗਾ ਮਨਦੀਪ ਕੌਰ ਟਾਂਗਰਾ ਨੇ, ਜਿਨ੍ਹਾਂ ਨੇ ਪਹਿਲੀ ਆਈਟੀ ਕੰਪਨੀ ਆਪਣੇ ਪਿੰਡ ਦੇ ਵਿੱਚ ਸ਼ੁਰੂ ਕੀਤੀ। ਸੋ ਕਿਵੇਂ ਸ਼ੁਰੂ ਕੀਤੀ, ਕੀ ਆਈਡੀਆਜ਼ ਕਿੱਥੋਂ ਆਏ ਤੇ ਹੁਣ ਕਿਵੇਂ ਚੱਲ ਰਹੀ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜੇ ਹੋਏ ਨੇ ਮੈਮ ਪਹਿਲਾਂ ਤਾਂ ਸਵਾਗਤ ਹੈ ਜੀ ਬਾਬੂਸ਼ਾਹੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਮੈਮ ਜਿਹੜੀ ਆਈਟੀ ਕੰਪਨੀ ਤੁਸੀਂ ਸ਼ੁਰੂ ਕੀਤੀ ਪਹਿਲੀ ਪਿੰਡ ਦੇ ਵਿੱਚ ਸ਼ੁਰੂ ਹੋਈ ਹੈ, ਸਿੰਬਾ ਕੁਆਰਟਸ ਨਾਮ ਹੈ। ਪਹਿਲਾਂ ਤਾਂ ਤੁਸੀਂ ਉਹਦੇ ਬਾਰੇ ਦੱਸੋ, ਕਦੋਂ ਸ਼ੁਰੂ ਹੋਈ ਤੇ ਕਿਵੇਂ ਤੁਸੀਂ ਇਸ ਚੀਜ਼ ਨੂੰ ਮਤਲਬ ਯਕੀਨੀ ਕਿਵੇਂ ਬਣਾਇਆ? ਮੈਨੂੰ ਆਲਮੋਸਟ 10 ਇਅਰਸ ਹੋ ਗਏ ਆਪਣੇ ਬਿਜ਼ਨਸ ਦੇ ਵਿੱਚ। 10 ਸਾਲ ਹੋ ਗਏ ਨੇ ਮੈਨੂੰ ਇੱਕ ਆਈਟੀ ਕੰਪਨੀ ਪਿੰਡ ਵਿੱਚ ਸੈਟਅਪ ਕਰਦੇ ਹੋਏ। ਮੈਂ ਪਹਿਲੀ ਵਾਰੀ ਜਦੋਂ ਇੰਟਰਨੈਟ ਲੈ ਕੇ ਆਈ ਸੀ ਤੇ 2 Mbps ਇੰਟਰਨੈਟ ਮੇਰੇ ਪਿੰਡ ਵਿੱਚ ਆਇਆ ਸੀ ਤੇ ਅਸੀਂ ਬੰਦੇ ਵੀ ਇੱਕ ਦੋ ਹੀ ਸੀ, ਰਾਈਟ। ਬਟ ਅੱਜ ਸਾਡੇ ਕੋਲ ਵਨ ਆਫ ਦ ਫਾਈਨੈਸਟ ਇੰਟਰਨੈਟ ਆ ਆਪਣੇ ਪਿੰਡ ਦੇ ਵਿੱਚ। ਸੋ ਮੈਂ ਆਪਣੇ ਪਿੰਡ ਦੇ ਵਿੱਚ ਦੇਖਿਆ ਕਿ ਕਿਹੜੀ ਸਹੂਲਤ ਦੀ ਜ਼ਰੂਰਤ ਆ ਸਾਨੂੰ। ਸਭ ਤੋਂ ਪਹਿਲਾਂ ਮੈਂ ਓਮਨੀ ਗੱਡੀ ਲਾਈ, ਫਿਰ ਮੈਂ ਬੱਸ ਲਈ, ਰਾਈਟ। ਸੋ ਹੌਲੀ ਹੌਲੀ ਮੈਂ ਫਿਗਰ ਆਊਟ ਕੀਤਾ ਕਿ ਇੱਕ ਪਿੰਡ ਦੇ ਵਿੱਚ ਸੌਫਟਵੇਅਰ ਇੰਜੀਨੀਅਰਸ, ਗ੍ਰਾਫਿਕ ਡਿਜ਼ਾਈਨਰਸ ਰੈਡੀ ਕਰਨ ਲਈ ਸਾਨੂੰ ਕੀ ਚਾਹੀਦਾ। ਸੋ ਜਿਹੜੀ ਮੈਨੂੰ ਇੱਕ ਲਾਈਨ 'ਚ ਜੇ ਮੈਂ ਦੱਸਾਂ, ਮੈਂ ਖੁਦ ਪਹਿਲਾਂ ਪਿੰਡ 'ਚ ਚਾਹੀਦੀ। ਸੋ ਮੈਂ ਇਸ ਚੀਜ਼ ਨੂੰ ਚੁਣਿਆ ਕਿ ਮੈਂ ਖੁਦ ਪਿੰਡ ਵਿੱਚ ਰਹਿ ਕੇ ਉੱਥੇ ਆਪਣਾ ਆਲਾ ਦੁਆਲਾ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਮ ਜਿਹੜਾ ਤੁਹਾਡਾ ਪਿੰਡ ਹੈ ਜੀ, ਉਹਦੇ ਬਾਰੇ ਵੀ ਦੱਸੋ, ਜੀਓਗ੍ਰਾਫਿਕ ਲੋਕੇਸ਼ਨ ਬਾਰੇ ਵੀ ਦੱਸ ਦਿਓ। ਨੇੜੇ ਤੇੜੇ ਸ਼ਹਿਰ ਕਿਹੜਾ ਲੱਗਦਾ ਸੀਗਾ ਤੇ ਉੱਥੇ ਮਾਹੌਲ ਕਿਸ ਤਰ੍ਹਾਂ ਦਾ ਸੀਗਾ, ਲੋਕ ਅਵੇਅਰ ਕਿੰਨੇ ਕੁ ਸੀਗੇ? ਸੋ ਮੇਰਾ ਜਿਹੜਾ ਪਿੰਡ ਆ ਉਹ ਬਿਆਸ ਤੇ ਅੰਮ੍ਰਿਤਸਰ ਦੇ ਮਿਡ ਵਿੱਚ ਆਉਂਦਾ ਹੈ। ਮੇਰਾ ਪਿੰਡ ਨੈਸ਼ਨਲ ਹਾਈਵੇ ਤੇ ਹੀ ਮੇਰਾ ਪਿੰਡ ਆਉਂਦਾ, ਪਰ ਮੇਰਾ ਪਿੰਡ ਜਿਹੜਾ ਵਾ ਉਹ ਆਲਮੋਸਟ 30 ਕਿਲੋਮੀਟਰ ਆ ਸ਼ਹਿਰ ਤੋਂ। ਸੋ ਪੰਚਾਇਤੀ ਰਾਜ ਵਿੱਚ ਸਾਡਾ ਪਿੰਡ ਆਉਂਦਾ ਤੇ ਲੋਕਾਂ 'ਚ ਅਵੇਅਰਨੈਸ ਸੀਗੀ ਜੀ, ਜਿਵੇਂ ਜਿਹੜਾ ਤੁਸੀਂ ਕੰਮ ਸ਼ੁਰੂ? ਸੋ ਕਿਉਂਕਿ ਮੈਂ ਆਪਣੀ ਯੂਨੀਵਰਸਿਟੀ ਜਦੋਂ ਮੈਂ ਪੜ੍ਹ ਰਹੀ ਸੀ ਤੇ ਅੱਛੀ ਪੜ੍ਹਾਈ ਕਰ ਲਈ ਤੇ ਅੱਛੀ ਪੜ੍ਹਾਈ ਤੋਂ ਸੋਚ ਆ ਗਈ ਕਿ ਇੱਥੇ ਵੀ ਕੁਝ ਹੋ ਸਕਦਾ। ਮੈਂ ਖੁਦ ਤੋਂ ਹੀ ਪ੍ਰਭਾਵਿਤ ਹਾਂ। ਮੈਂ ਐਸਾ ਇਨਸਾਨ ਹਾਂ ਕਿ ਖੁਦ ਤੋਂ ਪ੍ਰਭਾਵਿਤ ਹਾਂ ਕਿਉਂਕਿ ਮੈਂ ਖੁਦ ਨਹੀਂ ਕਦੀ ਸੋਚਿਆ ਕਿ ਤੁਸੀਂ ਟਾਂਗਰਾ ਦੇ ਵਿੱਚੋਂ ਰੋਜ਼ 65 ਕਿਲੋਮੀਟਰ 65 ਕਿਲੋਮੀਟਰ ਬੱਸ ਵਿੱਚ ਜਾ ਕੇ ਤੇ ਇੱਕ ਪੂਰੇ ਸੈੱਟ ਆਫ ਸਟੂਡੈਂਟਸ ਦੇ ਵਿੱਚੋਂ ਤੁਸੀਂ ਟੌਪ ਕਰ ਸਕਦੇ ਹੋ ਆਪਣੀ MBA ਦੇ ਵਿੱਚ। ਸੋ ਜਦੋਂ ਮੈਂ ਖੁਦ ਦੇਖਿਆ ਕਿ ਹਾਂਜੀ ਤੁਸੀਂ ਇੱਕ ਪਿੰਡ ਵਿੱਚ ਰਹਿ ਕੇ ਵੀ ਜਿਹੜਾ ਵਾ ਉਹ ਇੱਕ ਆਪਣੀ ਡਿਗਰੀ ਦੇ ਵਿੱਚ ਟੌਪ ਕਰ ਸਕਦੇ ਹੋ, ਤੇ ਮੈਨੂੰ ਉਦੋਂ ਲੱਗਾ ਕਿ ਪਿੰਡ ਵਿੱਚ ਰਹਿ ਕੇ ਅਸੀਂ ਹੋਰ ਵੀ ਬੜਾ ਕੁਝ ਜਿਹੜਾ ਉਹ ਕਰ ਸਕਦੇ ਹਾਂ। ਮੇਰੇ ਪਿੰਡ ਵਿੱਚ ਹੋਰ ਵੀ ਬੜੇ ਬੱਚੇ ਹੋਣਗੇ ਜਿਨ੍ਹਾਂ 'ਚ ਮੇਰੇ ਵਰਗੀ ਤੇ ਮੇਰੇ ਤੋਂ ਬਿਹਤਰ ਕੈਪੇਬਿਲਿਟੀਜ਼ ਹੋਣਗੀ। ਪਰ ਉਹੀ ਕਹਿੰਦੇ ਨਾ ਕਿ ਮਾਹੌਲ ਨਹੀਂ ਮਿਲਿਆ, ਓਪਰਚੁਨਿਟੀਜ਼ ਨਹੀਂ ਹੈਗੀਆਂ ਪਿੰਡ ਵਿੱਚ। ਸੋ ਪਿੰਡ ਨੂੰ ਚੁਣਿਆ ਪਿੰਡ ਵਿੱਚ ਓਪਰਚੁਨਿਟੀਜ਼ ਪੈਦਾ ਕਰਨ ਲਈ। ਅੱਛਾ ਮੈਮ, ਜਿਹੜਾ ਤੁਹਾਡਾ ਕੰਪਨੀ ਹੈ ਚੱਲ ਰਹੀ ਹੈ ਸਿੰਬਾ ਕੁਆਰਟਸ, ਸੋ ਇਹ ਕਿੰਨੇ ਕੁ ਲੋਕਾਂ ਨੂੰ ਹੁਣ ਤੁਸੀਂ ਐਟ ਪ੍ਰੈਜ਼ੈਂਟ ਏਮਪਲੋਇਮੈਂਟ ਦੇ ਰਹੇ ਹੋ ਤੇ ਮੇਨ ਆਬਜੈਕਟਿਵ ਕੀ ਹੈ ਇਸ ਕੰਪਨੀ ਦਾ? ਸੋ ਸਾਡੀ ਕੰਪਨੀ ਦਾ ਜਿਹੜਾ ਵਿਜ਼ਨ ਆ ਉਹ ਆ ਚੇਂਜਿੰਗ ਲਾਈਵਸ, ਰਾਈਟ। ਸੋ ਅਸੀਂ ਲੋਕਾਂ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਹਾਂ ਇਨ ਟਰਮਸ ਆਫ ਗਿਵਿੰਗ ਦੈਮ ਗੁੱਡ ਇਨਕਮ, ਠੀਕ ਹੈ। ਸਾਡਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਅਸੀਂ ਵਾਈਟ ਕਾਲਰ ਜੌਬਸ ਜਨਰੇਟ ਕਰੀਏ ਆਪਣੇ ਪਿੰਡ ਵਿੱਚ
ਜਿੱਥੇ ਇੱਕ ਬੱਚਾ ਵਾਕਿੰਗ ਡਿਸਟੈਂਸ ਤੇ 30,000 ਸੈਲਰੀ, 50,000 ਸੈਲਰੀ, ਲੱਖ ਰੁਪਏ ਸੈਲਰੀ ਜਿਹੜੀ ਉਹ ਲੈ ਰਿਹਾ ਹੋਵੇ, ਜਿਹੜੀ ਕਿ ਹੁਣ ਲਾਈਵ ਉਦਾਹਰਨਾਂ ਨੇ ਸਾਡੀ ਕੰਪਨੀ ਦੇ ਵਿੱਚ। ਠੀਕ ਹੈ, ਸੋ ਇਹ ਸਾਡੀ ਕੰਪਨੀ ਦਾ ਵਿਜ਼ਨ ਆ। ਮੇਰੇ ਕੋਲ 120 ਦੇ ਕਰੀਬ EMPLOYEES ਨੇ। ਕੰਪਨੀ ਦੀ ਪਾਲਿਸੀ ਆ ਕਿ 25% EMPLOYEES 15 ਕਿਲੋਮੀਟਰ ਦੇ ਘੇਰੇ ਵਿੱਚ ਹੋਣੇ ਚਾਹੀਦੇ ਆ। ਰੀਸੈਂਟ ਮੈਂ ਇੱਕ ਪਾਲਿਸੀ ਇੰਟਰੋਡਿਊਸ ਕੀਤੀ 1 ਵੀਕ ਪਹਿਲਾਂ ਹੀ, 50% ਵੂਮਨ, 50% ਜਿਹੜੇ ਉਹ ਮੈਨ ਹੋਣੇ ਚਾਹੀਦੇ ਆ। ਐਂਡ ਮੋਰ ਦੈਨ 60% ਜਿਹੜੀ ਕੰਪਨੀ ਪੰਜਾਬ ਦੇ ਬੱਚਿਆਂ ਨੂੰ EMPLOYMENT ਦੇਗੀ। ਸੋ 40% ਅਸੀਂ ਇਸ ਲਈ ਰੱਖਿਆ ਹੈ ਕਿ ਲਰਨਿੰਗ ਬਣਿਆ ਰਹੇ। ਠੀਕ ਹੈ ਨਾ। ਅੱਛਾ ਮੈਮ, ਫੈਮਿਲੀ ਬੈਕਗ੍ਰਾਉਂਡ ਬਾਰੇ ਵੀ ਦੱਸੋ। ਤੁਹਾਡੇ ਫਾਦਰ ਸਾਹਿਬ ਹੋਣ, ਮਦਰ ਹੋਣ, ਕਿਵੇਂ ਦਾ ਮਾਹੌਲ ਸੀ, ਕੀ ਕੰਮ ਕਰਦੇ ਸੀਗੇ, ਤੇ ਤੁਹਾਨੂੰ ਇਹ ਇਨਸਪੀਰੇਸ਼ਨ ਕਿੱਥੋਂ ਮਿਲੀ? ਮੇਰੇ ਪਾਪਾ ਦੀ ਪਿੰਡ ਵਿੱਚ ਆਟਾ ਚੱਕੀ, ਸੋ 72 ਸਾਲ ਪੁਰਾਣੀ ਸਾਡੀ ਆਟਾ ਚੱਕੀ ਆ। ਤੇ ਮੇਰੇ ਫਾਦਰ ਨੇ ਫਿਜ਼ੀਕਲੀ ਬਹੁਤ ਮਿਹਨਤ ਕੀਤੀ। ਮੈਂ ਆਪਣੇ ਪਾਪਾ ਨੂੰ ਫਿਜ਼ੀਕਲੀ ਗੰਢਾਂ ਚੁੱਕਦੇ, ਰੂੰ ਪਿੰਜਦੇ, ਤੇਲ ਕੱਢਦੇ, ਮੈਂ ਆਪਣੇ ਪਾਪਾ ਨੂੰ ਫਿਜ਼ੀਕਲੀ ਬੜੀ ਮਿਹਨਤ ਕਰਦੇ ਦੇਖਿਆ। ਇਸ ਕਰਕੇ ਮੇਰੇ ਅੰਦਰ ਬਹੁਤ ਜ਼ਿਆਦਾ ਟ੍ਰਿਗਰ ਆ ਕਿ ਮੇਰੇ ਫਾਦਰ ਜੇ ਫਿਜ਼ੀਕਲੀ ਇੰਨੀ ਮਿਹਨਤ ਕਰਕੇ ਮੇਰੇ ਫਾਦਰ ਥੋੜ੍ਹੇ ਪੈਸੇ ਜੋੜ ਕੇ ਮੈਨੂੰ ਇੱਕ ਯੂਨੀਵਰਸਿਟੀ ਦੀ ਟੌਪਰ ਬਣਾ ਸਕਦੇ ਆ, ਤੇ ਮੈਂ ਕਿਉਂ ਨਹੀਂ ਮਿਹਨਤ ਕਰਕੇ ਆਪਣੇ ਪਿੰਡ ਦੇ ਵਿੱਚ ਇੱਕ ਅੱਛਾ ਬਿਜ਼ਨਸ ਸੈਟਅਪ ਕਰ ਸਕਦੀ। ਸੋ ਉਹੀ ਟ੍ਰਿਗਰ ਮੇਰੇ ਅੰਦਰ ਹੈ। ਮੇਰੇ ਮੰਮਾ ਹੁਣ ਵੀ ਮੈਨੂੰ ਬਿਜ਼ਨਸ 'ਚ ਹੈਲਪ ਕਰਦੇ, ਪਹਿਲਾਂ ਮੇਰੇ ਪਾਪਾ ਦੀ ਹੈਲਪ ਕਰਦੇ ਸੀ, ਹੁਣ ਮੇਰੀ ਹੈਲਪ ਕਰਦੇ। ਸੋ ਅਸੀਂ ਬੜੀ ਇੱਕ ਕਲੋਜ਼ ਨਿਟ, ਪਿਆਰੀ ਜੀ ਤੇ ਇੱਕ ਦੂਜੇ ਨੂੰ ਬੜਾ ਪਿਆਰ ਕਰਨ ਵਾਲੀ ਫੈਮਿਲੀ ਹੈ। ਸੋ ਉਹ ਪਿਆਰ ਹੀ ਸਾਨੂੰ ਅੱਗੇ ਲਈ ਜਾ ਰਿਹਾ। ਨੀਤ ਜੀ, ਐਜੂਕੇਸ਼ਨ ਬੈਕਗ੍ਰਾਉਂਡ ਬਾਰੇ ਵੀ ਦੱਸੋ। ਸਕੂਲਿੰਗ ਤੁਹਾਡੀ ਕਿੱਥੇ ਹੋਈ? ਯੂਨੀਵਰਸਿਟੀ ਤੁਸੀਂ ਕਿਹੜੀ ਯੂਨੀਵਰਸਿਟੀ 'ਚ ਪੜ੍ਹੇ ਜੀ? ਸਰ ਮੇਰਾ 10th ਮੈਂ ਆਪਣੀ ਜਿਹੜੀ ਸਕੂਲਿੰਗ ਆ ਉਹ ਮੇਰੀ ਸੇਂਟ ਫਰਾਂਸਿਸ ਜੰਡਿਆਲਾ ਗੁਰੂ ਦੀ ਆ, ਅਤੇ ਮੇਰਾ ਸਕੂਲ ਵੀ 10 ਕਿਲੋਮੀਟਰ ਦੂਰ ਸੀ ਮੇਰੇ ਘਰ ਤੋਂ। ਮੈਂ ਵੈਨ 'ਤੇ ਜਾਂਦੀ ਸੀ, ਰਾਈਟ। ਸੋ ਆਪਣੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਕੀਤੀ ਆ। ਮੈਂ ਯੂਨੀਵਰਸਿਟੀ ਦੀ ਫਾਊਂਡਰ ਸਟੂਡੈਂਟ ਦੀ ਬੈਚ ਆ, ਫਸਟ ਬੈਚ ਆਫ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਮੈਂ ਸਟੂਡੈਂਟ ਆ। ਐਂਡ ਆਈ ਵਾਜ਼ ਦ ਟੋਪਰ ਆਫ ਮਾਈ ਬੈਚ। ਸੋ 5 ਸਾਲ ਦੀ ਡਿਗਰੀ ਦੇ ਵਿੱਚ ਮੈਂ ਟੋਪਰ ਰਹੀ ਹਾਂ। ਐਂਡ ਯੂਨੀਵਰਸਿਟੀ ਨੇ ਵੀ ਮੈਨੂੰ ਬਹੁਤ ਹੈਲਪ ਕੀਤੀ ਆ ਇਨ ਟਰਮਸ ਆਫ ਫੀਸ। ਮਾਫ ਤਾਂ ਨਹੀਂ ਕੀਤੀ ਮੈਂ ਕਹਾਂਗੀ, ਪਰ ਫੀਸ ਅੱਗੇ ਪਿੱਛੇ ਕਰਨ ਦੇ ਵਿੱਚ ਜਿਹੜੀ ਬੜੀ ਹੈਲਪ ਕੀਤੀ। ਮੈਂ ਆਪਣੀ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਜਿਹੜੀ ਆ ਉਹ ਆਪਣੀ ਫੀਸ ਦਿੱਤੀ ਆ ਯੂਨੀਵਰਸਿਟੀ ਨੂੰ, ਰਾਈਟ। ਸੋ ਬਹੁਤ ਜਾਣਿਆਂ ਦਾ ਸਾਥ ਆ ਮੇਰੀ ਐਜੂਕੇਸ਼ਨ ਦੇ ਵਿੱਚ, ਜਿਹਦੇ ਕਰਕੇ ਕਿ ਮੈਂ ਸਾਰਾ ਕੁਝ ਕਰ ਪਾਈ। ਤੁਸੀਂ ਅੱਜ ਇਸ ਪ੍ਰੋਗਰਾਮ 'ਚ ਆਏ ਸੀਗੇ ਜੀ, ਵਿਜ਼ਨ ਪੰਜਾਬ ਜਿਹੜਾ ਸੀਗਾ, ਇਹਦੇ ਵਿੱਚ CM ਸਾਹਿਬ ਨੇ ਖਾਸ ਤੌਰ 'ਤੇ ਆਪਣੇ ਭਾਸ਼ਣ 'ਚ ਤੁਹਾਡਾ ਜ਼ਿਕਰ ਕੀਤਾ, ਤੁਹਾਡੀ ਤਾਰੀਫ ਕੀਤੀ ਹੈ। ਇੱਕ ਐਗਜ਼ਾਮਪਲ ਹੋਰਾਂ ਨੂੰ ਵੀ ਇੱਕ ਮੈਸੇਜ ਦਿੱਤਾ ਕਿ ਅਗਰ ਮਨਦੀਪ ਕੌਰ ਇਸ ਤਰੀਕੇ ਦਾ ਨਵੇਕਲਾ ਕੰਮ ਕਰ ਸਕਦੀ ਹੈ ਤਾਂ ਹੋਰਾਂ ਨੂੰ ਵੀ ਕਰਨਾ ਚਾਹੀਦਾ ਹੈ। ਕਿਵੇਂ ਦਾ ਲੱਗਦਾ ਜਦੋਂ ਇਸ ਕਦਰ ਜਿਹੜਾ ਹੈਗਾ ਕੰਮ ਦੀ ਜਿਹੜੀ ਤੁਹਾਡੀ ਪਛਾਣ ਹੁੰਦੀ ਜਾਂ ਵੱਡੇ ਪੱਧਰ 'ਤੇ ਲਿਆਇਆ ਜਾਂਦਾ? ਬਹੁਤ ਅੱਛਾ ਲੱਗਦਾ ਹੈ, ਅਤੇ ਇਹਨੂੰ ਮੈਂ ਆਪਣੀ ਟੀਮ ਦੀ ਜਿੱਤ ਮੰਨਾਂਗੀ। ਪਿੱਛੇ 120 ਬੰਦਾ ਮੈਂ ਅਤੇ 119 ਬੰਦੇ ਜਿਹੜੇ ਪਿੱਛੇ ਕੰਮ ਕਰ ਰਹੇ ਆ, ਉਹ ਜਦੋਂ CM ਸਰ ਦੀਆਂ 2 ਲਾਈਨਾਂ ਸੁਣਨਗੇ ਤੇ ਤੁਸੀਂ ਸੋਚੋ ਕਿ ਕਿੰਨਾ ਉਹਨਾਂ 'ਚ ਹੌਸਲਾ ਆ ਜਾਏਗਾ। ਉਹ ਆਪਣੇ ਆਪਣੇ ਪਰਿਵਾਰਾਂ ਨੂੰ ਦੱਸਣਗੇ। ਅੱਜ ਹਜ਼ਾਰਾਂ ਮੇਰੇ EMPLOYEES ਦੇ ਆਸੇ-ਪਾਸੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਬਈ ਅਸੀਂ 10 ਸਾਲ ਤੋਂ ਜੋ ਕਰ ਰਹੇ ਹਾਂ ਉਹਦੀ ਵਾਕਈ ਗੱਲ ਹੋਈ ਆ। ਠੀਕ ਹੈ, ਸੋ ਬੰਦੇ ਨੂੰ ਉਤਸ਼ਾਹ ਹੀ ਚਾਹੀਦਾ ਹੁੰਦਾ, ਬੰਦੇ ਨੂੰ ਪੈਸਾ ਨਹੀਂ ਚਾਹੀਦਾ, ਉਹਨੂੰ ਉਤਸ਼ਾਹ ਚਾਹੀਦਾ। ਠੀਕ ਹੈ, ਸੋ ਜੇ ਸਾਨੂੰ ਸਰਕਾਰ ਉਤਸ਼ਾਹ ਵੀ ਦੇ ਦੇ, ਪੈਸਾ ਨਾ ਵੀ ਦੇ, ਤੇ ਅਸੀਂ ਤਾਂ ਵੀ ਕਰ ਲਾਂਗੇ। ਮੈਮ, ਇੱਕ ਤੁਸੀਂ ਰਾਈਟਿੰਗਸ ਵੀ ਤੁਹਾਡੀਆਂ ਨੇ ਜਿਹੜੀਆਂ ਬੜੇ ਨਾਮੀ ਬ੍ਰਾਂਡਸ ਤੱਕ ਪਹੁੰਚੀਆਂ ਨੇ, ਰੋਲਸ ਰॉयਸ ਵਗੈਰਾ ਮੈਂ ਪੜ੍ਹ ਰਿਹਾ ਸੀਗਾ। ਉਹ ਵੀ ਦੱਸੋ, ਜਿਹੜਾ ਲਿਖਣ ਵਾਲਾ ਸ਼ੌਂਕ ਸੀ, ਤੁਸੀਂ ਲਿਖਦੇ ਕੀ ਹੋ, ਕਦੋਂ ਸ਼ੁਰੂ ਕੀਤਾ, ਤੇ ਤੁਹਾਡੀਆਂ ਰਾਈਟਿੰਗਸ ਕਿੱਥੇ ਕਿੱਥੇ ਤੱਕ ਪਹੁੰਚ ਚੁੱਕੀਆਂ? ਉਹ ਜਿਹੜਾ ਤੁਸੀਂ ਪੜ੍ਹਿਆ ਉਹ ਥੋੜ੍ਹਾ ਜਿਹਾ ਉਹ ਜਸਟ ਇੱਕ ਕਾਰਪੋਰੇਟ ਸੋਸ਼ਲ ਡਾਇਰੈਕਟਰੀ ਸੀ, ਜਿਹਦੇ ਵਿੱਚ ਅੱਛੇ ਬ੍ਰਾਂਡਸ ਨੇ, ਸੋਸ਼ਲ ਸਰਵਿਸਿਜ਼ ਬਾਰੇ ਉਹ ਕੀ ਕਰ ਰਹੇ ਨੇ, ਜਾਂ CSR ਜਿਹਨੂੰ ਆਪਾਂ ਕਹਿ ਦਿੰਦੇ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ। ਸੋ ਉਹ ਇੱਕ SOCHAM ਦੀ ਐਸੀ ਬੁਕਲੇਟ ਸੀ ਜਿਹਦੇ ਵਿੱਚ ਅੱਛੀਆਂ ਬ੍ਰਾਂਡਸ, ਰੋਲਸ ਰॉयਸ, TCS, ਅੱਛੇ ਬ੍ਰਾਂਡਸ ਨੇ ਆਪਣਾ ਲਿਖਿਆ ਸੀ ਕਿ ਉਹ ਸੋਸ਼ਲ ਇਨੀਸ਼ੀਏਟਿਵਸ ਵਿੱਚ ਕੀ ਕਰਦੇ ਨੇ। ਸੋ ਉਹਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ ਕਿ ਆਪਣੀ ਕੰਪਨੀ ਦਾ ਮੈਂ ਭੇਜਾਂ ਕਿ ਅਸੀਂ ਕੀ ਕਰ ਰਹੇ ਹਾਂ। ਸੋ ਅਦਰਵਾਈਜ਼ ਆਲਸੋ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਕਿ ਇੰਸਪਾਇਰਿੰਗ ਲਿਖਦੀ ਰਹਾਂ ਯੂਥ ਲਈ।
ਟੈਡੈਕ ਸਪੀਕਰ ਵੀ ਤੁਸੀਂ ਬਣੇ, ਸੋ ਇਹ ਇੰਨਾ ਇੱਕ ਆਲਰਾਊਂਡਰ ਜਿਹੜਾ ਹੈਗਾ ਪਰਸਨੈਲਿਟੀ ਤੁਹਾਡੇ 'ਚ ਅਸੀਂ ਦੇਖ ਰਹੇ ਹੈਗੇ ਆ। ਤੇ ਇਹ ਕਿਵੇਂ ਮਤਲਬ ਸਕੂਲ ਟਾਈਮ ਹੀ ਸੋਚ ਲਿਆ ਸੀ ਕੋਈ ਇਸ ਤਰ੍ਹਾਂ ਦਾ ਅਲੱਗ ਹੀ ਕੰਮ ਕਰਨਾ ਹੈ, ਜਾਂ ਕਿਉਂਕਿ ਤੁਹਾਡੇ ਉੱਧਰ ਮਾਝੇ ਵਾਲੀ ਸਾਈਡ ਫੋਰਨ ਦਾ ਬੜਾ ਕਰੇਜ਼ ਰਹਿੰਦਾ, ਤੁਹਾਨੂੰ ਨਹੀਂ ਕਦੇ ਸਕੂਲ ਜਾਂ ਕਾਲਜ ਯੂਨੀਵਰਸਿਟੀ ਵੇਲੇ ਹੋਇਆ ਵੀ ਮੈਂ ਤਾਂ ਬਾਹਰ ਜਾਣਾ ਜੀ? ਟੈਡੈਕ ਸਪੀਕਰ ਮੈਂ ਬਣੀ, ਉਹ ਮੇਰੀ ਵਨ ਆਫ ਦੀ ਬੜੀ ਅੱਛੀ ਉਪਲਬਧੀ ਸੀ। 2016 ਦੇ ਵਿੱਚ ਮੈਂ ਪਹਿਲੀ ਵਾਰ IIM ਕਾਸ਼ੀਪੁਰ ਦੇ ਵਿੱਚ ਟੈਡੈਕ ਸਪੀਕਰ ਬਣੀ। ਬਾਹਰ ਜਾਣ ਦੀ ਗੱਲ ਮੈਨੂੰ ਯੂਨੀਵਰਸਿਟੀ ਦੇ ਵਿੱਚ ਹੀ ਬਹੁਤ ਵਾਰ ਆਪਸ਼ਨ ਸੀ ਕਿ ਮੈਂ ਬਾਹਰ ਜਾ ਸਕਦੀ ਸੀ, ਕਿਉਂਕਿ ਹਰ ਸਮੈਸਟਰ ਮੈਂ ਟੌਪ ਕਰਦੀ ਸੀ, ਯੂਨੀਵਰਸਿਟੀ ਫ੍ਰੀ ਭੇਜਦੀ ਸੀ ਬਾਹਰ ਸਟੂਡੈਂਟ ਐਕਸਚੇਂਜ। ਪਿਛਲੇ 10 ਸਾਲਾਂ 'ਚ ਵੀ ਮੇਰੇ ਕੋਲ ਕੋਈ ਕਮੀ ਨਹੀਂ ਸੀ ਬਾਹਰ ਸੈਟਲ ਹੋਣ ਦੀ। ਬਟ ਮੈਂ ਹਮੇਸ਼ਾ ਹਰ ਚੈਨਲ ਨੂੰ ਇਹੀ ਕਿਹਾ ਹੈ ਕਿ ਅਸੀਂ ਅਜਿਹੇ ਪੰਜਾਬੀ ਹਾਂ ਜਿਨ੍ਹਾਂ ਕੋਲ ਪੰਜਾਬ ਦੀ PR ਆ, ਰਾਈਟ। ਸੋ ਅਸੀਂ ਪੰਜਾਬ ਦੀ PR ਵਾਲੇ ਪੰਜਾਬੀ ਹਾਂ। ਅਸੀਂ ਇੱਕ ਪੰਜਾਬੀ ਹੁੰਦੇ ਆਪਣੇ ਅੰਦਰੋਂ ਪੰਜਾਬ ਨਹੀਂ ਕੱਢ ਸਕਦੇ, ਤੇ ਅਸੀਂ ਪੰਜਾਬ 'ਚੋਂ ਕੱਢੇ ਨਹੀਂ ਜਾ ਸਕਦੇ, ਅਸੀਂ ਪੰਜਾਬ ਤੋਂ ਬਾਹਰ ਨਹੀਂ ਰਹਿ ਸਕਦੇ। ਸਾਨੂੰ ਉਹੀ ਸੜਕਾਂ, ਉਹੀ ਗਲੀਆਂ, ਉਹੀ ਮੱਝਾਂ, ਤੇ ਉਹੀ ਜਿਹੜਾ ਜੋ ਦੂਸਰੇ ਨੂੰ ਲੱਗਦਾ ਕਿ ਇੱਥੇ ਖਲਾਰਾ ਪਿਆ ਹੋਇਆ ਹੈ, ਇਹ ਸਾਫ਼ ਸਫਾਈ ਨਹੀਂ ਹੈਗੀ, ਇੱਥੋਂ ਦੇ ਆਹ ਪ੍ਰੋਬਲਮ ਆ, ਉਹ ਪ੍ਰੋਬਲਮ ਆ, ਠੀਕ ਹੈ। ਸੋ ਸਾਨੂੰ ਉਹੀ ਚੰਗਾ ਲੱਗਦਾ, ਠੀਕ ਹੈ। ਸਾਨੂੰ ਉਹ 'ਚੋਂ ਐਨਰਜੀ ਮਿਲਦੀ ਜਦੋਂ ਅਸੀਂ ਪੰਜਾਬੀ 'ਚ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੇ ਪਿੰਡਾਂ ਨੂੰ ਵੇਖਦੇ ਹਾਂ, ਆਪਣੇ ਪਿੰਡਾਂ ਨੂੰ ਗਰੋ ਹੁੰਦੇ ਵੇਖਦੇ ਹਾਂ, ਆਪਣੇ ਪਿੰਡਾਂ ਦੇ ਨੌਜਵਾਨਾਂ ਨੂੰ ਅੱਛੀਆਂ ਨੌਕਰੀਆਂ ਕਰਦੇ ਵੇਖਦੇ ਹਾਂ, ਜਦੋਂ ਅਸੀਂ ਆਪਣੇ ਪੇਰੈਂਟਸ ਲਈ ਉਹਨਾਂ ਲਈ ਕੁਝ ਖਾਸ ਕਰਦੇ ਹਾਂ। ਅੱਜ ਮੈਨੂੰ ਕਿੰਨੀ ਖੁਸ਼ੀ ਹੁੰਦੀ ਆ ਕਿ ਜਿਹੜੇ ਪੇਰੈਂਟਸ ਨੇ ਮੈਨੂੰ ਬਣਾਇਆ, ਉਹਨਾਂ ਨੂੰ ਮੈਂ ਅੱਜ ਫਲਾਈਟ 'ਤੇ ਕਿਤੇ ਵੀ ਲੈ ਕੇ ਜਾ ਸਕਦੀ ਹਾਂ, 5 ਸਟਾਰ 'ਚ ਰੋਟੀ ਖਵਾ ਸਕਦੀ ਹਾਂ, ਜੋ ਜੀ ਕਰਦਾ ਗਿਫਟ ਕਰ ਸਕਦੀ ਹਾਂ, ਠੀਕ ਆ। ਉਹਨਾਂ ਦੇ ਕੋਲ ਰਹਿ ਕੇ, ਠੀਕ ਹੈ, ਅਤੇ ਫਿਰ ਉਹਨਾਂ ਨੂੰ ਰੋਜ਼ ਮਿਲ ਸਕਦੀ ਹਾਂ, ਉਹਨਾਂ ਕੋਲ ਰੋ ਸਕਦੀ, ਹੱਸ ਸਕਦੀ ਹਾਂ, ਠੀਕ ਹੈ। ਸੋ ਇਸ ਤੋਂ ਉੱਪਰ ਕੀ ਅਮੀਰੀ ਹੁੰਦੀ, ਮੈਨੂੰ ਉਹਦੀ ਸਮਝ ਨਹੀਂ ਹੈਗੀ। ਸੋ ਅਸਲ ਅਮੀਰੀ ਮੈਂ ਇਹਨੂੰ ਮੰਨਦੀ ਹਾਂ ਕਿ ਜਿਹੜਾ ਆਪਣੇ ਪੇਰੈਂਟਸ ਦੇ ਗੋਡਿਆਂ ਦੇ ਲਾਗੇ ਬਹਿ ਕੇ ਜਿਹੜਾ ਵਾ ਉਹਨੂੰ ਹਰ ਸਹੂਲਤ ਜ਼ਿੰਦਗੀ ਦੀ ਮਿਲ ਰਹੀ ਆ, ਅਤੇ ਜ਼ਿੰਦਗੀ ਦਾ ਪਤਾ ਨਹੀਂ ਕਿ ਕੱਲ੍ਹ ਹੈਗੇ ਆ ਕਿ ਨਹੀਂ। ਸੋ ਇੰਪੋਰਟੈਂਟ 2 ਰੋਟੀਆਂ ਹੀ ਹੈਗੀਆਂ। ਮੈਮ ਲਾਸਟ 'ਚ ਯੰਗਸਟਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਤੁਸੀਂ ਜੋ ਗੱਲਾਂ ਕਹਿ ਰਹੇ ਹੋ, ਯੰਗਸਟਰਸ ਨਹੀਂ ਲੱਗਦਾ ਵੀ ਇਸ ਵੇਲੇ ਜੇ ਆਪਾਂ ਗੱਲ ਕਰੀਏ ਉਹ ਇਸ ਤਰ੍ਹਾਂ ਦੀ ਨਹੀਂ ਸੋਚ ਰਹੇ, ਉਹ ਤਾਂ ਲੱਗਦਾ ਵੀ ਸਾਰੇ ਦੇ ਸਾਰੇ ਫੈਡਅਪ ਹੋ ਚੁੱਕੇ ਨੇ, ਚਾਹੇ ਉਹ ਪੰਜਾਬ 'ਚ ਹੋਣ ਜਾਂ ਕਿਤੇ ਵੀ ਹੋਣ, ਪਰ ਪੰਜਾਬ 'ਚ ਜ਼ਿਆਦਾ ਕੇਸਿਸ ਦੇਖ ਰਹੇ ਨੇ, ਬਾਹਰ ਜਾਣਾ ਹੀ ਲੱਗੇ ਨੇ। ਈਵਨ ਕਿ ਰਿਫਿਊਜ਼ਲਾਂ ਵੀ ਆ ਜਾਂਦੀਆਂ ਨੇ, ਪਰ ਫਿਰ ਵੀ ਇਸ ਤਰ੍ਹਾਂ ਨਾ ਹੋ ਜਾਂਦੇ ਨੇ ਕਿ ਸਾਡਾ ਉੱਥੇ ਨਹੀਂ ਜਾ ਪਾਏ, ਵੀ ਇੱਥੇ ਤਾਂ ਵੈਸੇ ਹੀ ਨਹੀਂ ਕੁਝ ਬਣਨਾਗਾ। ਉਹ ਇੱਕ ਇਨਸਪੀਰੇਸ਼ਨ ਚਾਹੀਦੀ ਆ, ਉਹਨਾਂ ਦੇ ਪੇਰੈਂਟਸ ਦਿੰਦੇ ਨੇ, ਹੋਰ ਦਿੰਦੇ ਨੇ, ਸ਼ਾਇਦ ਉਸ ਤਰ੍ਹਾਂ ਉਹਨਾਂ ਦੇ ਮਨ 'ਚ ਨਹੀਂ ਪੈਂਦਾ, ਪਰ ਤੁਸੀਂ ਇੱਕ ਜੇ ਮੈਸੇਜ ਦਓਗੇ ਤਾਂ, ਕਿਉਂਕਿ ਤੁਹਾਡਾ ਕੰਮ ਵੇਖ ਕੇ ਸ਼ਾਇਦ ਬਹੁਤਿਆਂ ਦਾ ਮਨ ਬਦਲ ਜੇ, ਤੁਸੀਂ ਮੈਸੇਜ ਕੀ ਦਓਗੇ? ਮੈਸੇਜ ਮੇਰਾ ਇਹ ਕਿ ਪੰਜਾਬ ਦੀਆਂ ਅੱਛੀਆਂ ਉਦਾਹਰਨਾਂ ਵੇਖੋ। ਆਪਾਂ ਇੰਟਰਨੈਟ 'ਤੇ, ਫੇਸਬੁੱਕ 'ਤੇ, ਗੂਗਲ 'ਤੇ ਕਿੰਨਾ ਕੁਛ ਦੇਖਦੇ ਹਾਂ, ਅਸੀਂ ਫ਼ੋਨ ਨੂੰ ਛੱਡ ਨਹੀਂ ਪਾਉਂਦੇ, ਰਾਈਟ। ਸੋ ਅਸੀਂ ਪੰਜਾਬ ਦੀਆਂ ਚੰਗੀਆਂ ਉਦਾਹਰਨਾਂ ਵੀ ਵੇਖੀਏ। ਹੁਣ ਜਿਵੇਂ ਕਿ ਮੈਡਮ ਅਵਨੀਤ ਨੇ SSP ਮਲੇਰਕੋਟਲਾ, ਰਾਈਟ। ਸੋ ਓਲੰਪੀਅਨ ਨੇ, ਕੋਈ ਕਮੀ ਨਹੀਂ ਜ਼ਿੰਦਗੀ 'ਚ, ਕਿਸੇ ਵੀ ਦੇਸ਼ ਨੂੰ ਚੁਣ ਸਕਦੇ ਆ, ਠੀਕ ਆ। ਪੰਜਾਬ 'ਚ ਰਹਿ ਕੇ ਕੰਮ ਕਰ ਰਹੇ ਨੇ। ਕੱਲ੍ਹ ਸਾਡੇ ਕੋਲ IPS ਆਫਿਸਰ ਸਵਪਨ ਸ਼ਰਮਾ ਆਏ ਸਾਡੇ ਕੰਪਨੀ ਦੇ ਵਿੱਚ, ਠੀਕ ਆ। ਇੰਟਰੈਕਟਿਵ ਸੈਸ਼ਨ ਕੀਤਾ, ਲੋਕਾਂ ਨੂੰ ਦੱਸਿਆ ਕਿ ਕਿਵੇਂ ਅਸੀਂ ਪੜ੍ਹੇ, ਕਿਵੇਂ ਅਸੀਂ ਪੂਰੀ ਰਾਤ ਪੜ੍ਹੇ। ਅਸੀਂ ਕੋਈ ਵੀ ਆਪਣਾ ਇੱਕ ਫੋਨ ਨਹੀਂ ਸੁਣਨਾ ਸਾਰਾ ਦਿਨ, ਬਸ ਪੜ੍ਹਨਾ ਹੈ, ਠੀਕ ਹੈ। ਸੋ ਅਜਿਹੀਆਂ ਉਦਾਹਰਨਾਂ ਤੁਸੀਂ ਦੇਖੋ ਪੰਜਾਬ 'ਚ ਕਿ ਜਿਨ੍ਹਾਂ ਨੇ ਵਾਕਈ ਮਿਹਨਤ ਕੀਤੀ, ਭਾਵੇਂ ਉਹ ਪੋਲੀਟੀਸ਼ੀਅਨਸ ਆ, ਭਾਵੇਂ ਉਹ ਡਾਕਟਰਸ ਆ, ਇੰਜੀਨੀਅਰਸ ਆ, ਕੋਈ ਵੀ ਆ, ਰਾਈਟ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਾਹਰ ਨਾ ਜਾਓ। ਅੱਜ CM ਸਾਹਿਬ ਵੀ ਇਹੀ ਕਹਿ ਰਹੇ ਸੀ ਕਿ ਇਹ ਨਹੀਂ ਕਹਿੰਦੇ, ਪੜ੍ਹੋ, ਜਾਓ, ਬਿਜ਼ਨਸ ਸਥਾਪਿਤ ਕਰੋ, ਘਰ ਬਣਾਓ, ਪਰ ਜਿਹੜਾ ਬੇਸ ਪੰਜਾਬ ਚਾਹੀਦਾ, ਕੋਠੀ ਪੰਜਾਬ 'ਚ ਚਾਹੀਦੀ ਆ, ਬਿਜ਼ਨਸ ਵੀ ਪੰਜਾਬ 'ਚ ਚਾਹੀਦਾ। ਉੱਥੇ ਇੱਕ ਹੋਰ ਕੋਠੀ ਚਾਹੀਦੀ, ਇੱਕ ਹੋਰ ਬਿਜ਼ਨਸ ਚਾਹੀਦਾ, ਬ੍ਰਿਜ ਹੋਣਾ ਚਾਹੀਦਾ ਕਿ 6 ਮਹੀਨੇ ਤੁਸੀਂ ਇੱਥੇ ਵੀ ਆ ਰਹੇ ਹੋ, ਉੱਥੇ ਬਿਜ਼ਨਸ ਕਰੋ, ਇੱਥੇ ਕੰਮ ਦਿਓ, ਇੱਥੇ ਕੰਮ ਕਰੋ, ਉੱਥੇ ਬਿਜ਼ਨਸ ਆਦਾਨ ਪ੍ਰਦਾਨ ਜਿਹੜਾ ਵਾ ਉਹ ਬੜਾ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਮੈਮ। ਸੋ ਬੇਹੱਦ ਖੂਬਸੂਰਤ ਸੁਨੇਹਾ ਜਿਹੜਾ ਉਹ ਦਿੱਤਾ ਹੈ ਮਨਦੀਪ ਕੌਰ ਟਾਂਗਰਾ ਨੇ। ਇਹਨਾਂ ਦੀ ਜਿਹੜੀ ਜਰਨੀ ਰਹੀ ਹੈ ਕਿਤੇ ਨਾ ਕਿਤੇ ਬਹੁਤ ਲੋਕਾਂ ਲਈ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੱਕ ਇਨਸਪੀਰੇਸ਼ਨ ਬਣੂਗੀ, ਤੇ ਸ਼ਾਇਦ ਬਹੁਤ ਸਾਰੇ ਜਿਹੜੇ ਯੰਗਸਟਰਸ ਨੇ ਉਹ ਵੀ ਇਸ ਤਰੀਕੇ ਦੇ ਨਾਲ, ਜਿਵੇਂ ਇਹਨਾਂ ਨੇ ਜੋ ਸ਼ੁਰੂਆਤ ਕੀਤੀ, ਨਵੇਕਲਾ ਕਦਮ ਚੁੱਕਿਆ, ਉਸ ਤਰੀਕੇ ਦੇ ਨਾਲ ਕੁਛ ਨਾ ਕੁਛ ਆਪਣਾ ਵੱਖਰਾ ਕੰਮ ਜ਼ਰੂਰ ਕਰਨਗੇ। ਤੇ ਇੱਕ ਇਹੀ ਅਪੀਲ ਕਰਨੀ ਚਾਹੁੰਦੇ ਨੇ ਕਿ ਜੇ ਇਹ ਇੱਥੇ ਰਹਿ ਕੇ
ਅੱਜ ਇੰਨੇ ਕੈਪੇਬਲ ਨੇ, ਕਿਸੇ ਵੀ ਵਿਦੇਸ਼ੀ ਕੰਟਰੀ ਦੇ ਵਿੱਚ ਸੈਟਲ ਹੋ ਸਕਦੇ ਸੀ, ਪਰ ਫਿਰ ਵੀ ਆਪਣਾ এনवायरमेंट ਨਹੀਂ ਛੱਡਣਾ ਚਾਹੁੰਦੇ, ਆਪਣਾ ਪੰਜਾਬ ਨਹੀਂ ਛੱਡਣਾ ਚਾਹੁੰਦੇ। ਤੇ ਸ਼ਾਇਦ ਇਹੀ ਗੱਲ ਆ ਜਿਹੜੀ ਬਾਕੀ ਨੌਜਵਾਨਾਂ ਨੂੰ ਵੀ ਸਮਝਣੀ ਚਾਹੀਦੀ ਹੈ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪਾਲ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮ।